ਜਿਹੋ ਜਿਹਾ ਆਇਆ ਲੰਘ ਜਾਣਾ, ਸਮਾਂ ਜਿਹੋ ਜਿਹਾ ਆਉਂਦਾ ਲੰਘ ਜਾਂਦਾ। ਕਦੇ ਕਿਹੜਾ ਆ ਜਾਂਦਾ, ਜੇ ਕਿਹੜੇ ਨੂੰ ਸਮਾਂ ਚੰਗਾ ਸਮਝੇ, ਕਿਹੜੇ 'ਚੋਂ ਯਾਦ ਰਹਿੰਦਾ, ਜਿਹੜਾ ਸਾਨੂੰ ਚੰਗਾ ਲੱਗਦਾ ਉਹ 'ਚ ਭੁੱਲ ਵੀ ਜਾਂਦਾ। ਫਿਰ ਮਨ ਟਿਕਿਆ ਰਹਿੰਦਾ, ਫਿਰ ਸੁੱਖ ਨਾਲ ਨਿਕਲ ਜਾਂਦੀ ਹੈ ਜ਼ਿੰਦਗੀ। ਨਿਕਲਣੀ ਤਾਂ ਫਿਰ ਵੀ ਉਵੇਂ ਹੀ, ਚੀਂ ਕਰੋ ਚਾਹੇ ਵੀ ਕਰੋ, ਉਹ ਤਾਂ ਸਹਿਣਾ ਹੀ ਪੈਣਾ। ਜਿਹੜਾ ਮਤਲਬ ਹੈ ਤਕਲੀਫ ਆ ਗਈ ਉਹ ਤਾਂ ਤੁਹਾਨੂੰ ਕੱਟਣੀ ਓ ਪੈਣੀ। ਜੇ ਜ਼ਿਆਦਾ ਰਹੂ, ਜ਼ਿਆਦਾ ਹਾਇਆ ਹੁੱਲਾ ਕਰੂਗਾ, ਫਿਰ ਕੀ ਹੋ ਜੂਗਾ? ਫਿਰ ਕਿਉਂ? ਸਗੋਂ ਜਿਹੜੀ ਅਕਲ ਹੁੰਦੀ ਹੈ ਨਾ, ਉਹ ਕੰਮ ਕਰਦੇ ਹਟ ਜਾਂਦੀ। ਜੇ ਜ਼ਿਆਦਾ ਆਦਮੀ ਤਕਲੀਫ ਨੂੰ ਤਕਲੀਫ ਮੰਨ ਲਵੇ ਨਾ, ਬੁੱਧੀ ਜਿਹੜੀ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੀ। ਘਬਰਾਹਟ ਦੇ ਵਿੱਚ ਜੇ ਘਬਰਾ ਜਾਵੇ ਸਾਹਮਣੇ ਕਿਸੇ ਗੱਲ ਨੂੰ ਦੇਖ ਕੇ, ਤਾਂ ਸਗੋਂ ਉਹਦਾ ਇਲਾਜ ਨਹੀਂ ਕਰੀਦਾ, ਘੱਟ ਹੁੰਦਾ। ਜੇ ਉਹਨੂੰ ਅਕਲ ਨਾਲ ਫੇਸ ਕਰੀਏ, ਸਗੋਂ ਨੁਕਸਾਨ ਘੱਟ ਹੁੰਦਾ। ਹਾਂਜੀ, ਕਿਉਂ ਮੂਲ ਪਛਾਣੈ ਆਤਮ ਜਾਣੈ। ਕਿਉਂ? ਹਾਂ, ਕਿਉਂ ਮੂਲ ਪਛਾਣੈ ਆਤਮ ਜਾਣੈ। ਹੁਣ ਨਿਜ ਘਰ ਜਾਂ ਬਾਸਾ ਉਹ ਮੂਲ ਜਦੇ ਪਛਾਣੂ ਨਾ। ਜਦ ਨਿਜ ਘਰ ਬਾਸਾ ਉਹ ਮੂਲ ਤਾਂ ਆਪਣੇ ਘਰ 'ਚ ਹੈ, ਮੂਲ ਤਾਂ ਬਾਹਰ ਨਹੀਂ ਆਇਆ। ਸ਼ਾਖ ਹੈ ਬਾਹਰ ਗਈ ਹੈ ਉੱਪਰ। ਕਿਉਂ ਮੂਲ ਪਛਾਣੈ ਆਤਮ ਜਾਣੈ। ਆਤਮ ਜਾਣੈ, ਆਤਮ ਜਾਣਨਾ ਮੂਲ ਪਛਾਣਨਾ ਇੱਕ ਗੱਲ ਹੋ ਗਈ। ਅਸਲ 'ਚ ਇਹਨੇ ਕਿਸੇ ਦਾ ਦਰਸ਼ਨ ਨਹੀਂ ਕਰਨਾ, ਆਤਮ ਦਰਸ਼ਨ ਕਰਨਾ ਸੀ, ਆਪਣਾ ਮੂਲ ਪਛਾਣਨਾ ਸੀ। ਆਪ ਨਿਰਾਕਾਰ ਹੈ। ਜਿਹੜੇ ਇੱਕ ਦੀ ਗੱਲ ਹੈ ਉਹ ਆਪ ਇੱਕ ਹੈ, ਔਰ ਇੱਕ ਕਿੱਥੇ? ਇੱਕ ਦਾ ਦਰਸ਼ਨ ਇਹਨੂੰ ਆਤਮ ਦਰਸ਼ਨ ਹੋਣਾ, ਆਪ ਇੱਕ ਹੈ। ਕਿਤੋਂ ਇੱਕ ਦਾ ਦਰਸ਼ਨ ਨਹੀਂ ਹੋਣਾ ਇਹਨੂੰ। ਜੇ ਇਹ ਸੰਸਾਰ ਦੇ ਵਿੱਚ ਦਰਸ਼ਨ ਹੋਣਾ, ਤਿੰਨ ਲੋਕ ਦੇ ਵਿੱਚ ਸਮੁੰਦਰ ਦਾ ਚੌਥਾ ਲੋਕ ਹੈ ਉਹ, ਉੱਥੇ ਜਾ ਜਾਊ ਦੇਖੀ ਜਾਊ। ਪਹਿਲਾਂ ਤਾਂ ਇੱਥੇ ਦੀ ਗੱਲ ਹੈ, ਦਰਸ਼ਨ ਤਾਂ ਉਰੇ ਹੀ ਹੋਣਾ। ਫਿਰ ਉਰੇ ਤਾਂ ਇੱਕ ਸਾਰਿਆਂ ਦੇ ਵਿੱਚ ਤਾਂ ਹੈ ਅੱਧਾ। ਜਿਹੜਾ ਇੱਕ ਹੋ ਜੂ ਉਹਨੂੰ ਆਪਣਾ ਦਰਸ਼ਨ ਹੋਣਾ, ਦੂਏ ਦਾ ਦਰਸ਼ਨ ਇੱਕ ਦਾ ਜਦ ਕਰੂ ਜਦ ਆਪ ਇੱਕ ਹੋ ਜੂ। ਦੇਖੋ, ਗੁਰੂ ਨਾਨਕ ਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਸਮਝਿਆ ਵੀ ਇਹ ਇੱਕ ਹੈ, ਸਾਬਤ ਹੈ। ਪਛਾਣਿਆ ਨਹੀਂ ਨਾ। ਜਿਹਨੇ ਪਛਾਣਿਆ ਉਹ ਆਪ ਇੱਕ ਹੋ ਗਿਆ। ਜਿਹਨੇ ਪਛਾਣਿਆ ਉਹ ਆਪ ਇੱਕ ਹੋ ਗਿਆ। ਇਸ ਕਰਕੇ ਕਿਹਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ। ਇਹਦੋਂ ਘੱਟ ਵਾਲਾ ਨਹੀਂ ਜਾਣ ਸਕਦਾ, ਇਹਦੋਂ ਘੱਟ ਵਾਲਾ ਨਹੀਂ ਜਾਣ ਸਕਦਾ। ਜਿਹੜਾ ਆਪ ਇੱਕ ਹੈ, ਅਸਲ ਉਹਨੇ ਆਪਣਾ ਆਪ ਪਛਾਣਿਆ। ਉਹਨੂੰ ਦੁਨੀਆਂ ਦਾ ਸਾਰਿਆਂ 'ਚ ਪਤਾ ਹੈ ਇੱਕੋ, ਪਰ ਦਾਲ ਕੌਣ ਹੈ, ਸ਼ਬਦ ਕੌਣ ਹੈ, ਵਾ ਇੰਨਾ ਹੀ ਪਤਾ ਹੈ। ਨਾ ਸਾਰਿਆਂ 'ਚ ਕੋਈ ਘੱਟ ਕੋਈ ਨਹੀਂ ਹੈ। ਜ਼ਮੀਨ ਜਮਾਂ ਕੇ ਵਿਖੇ ਸਮਸਤ ਏਕ ਜੋਤ ਹੈ। ਬਾੜ ਹੈ ਨਾ ਘਾਟ ਹੈ, ਨਾ ਘਾਟ ਬਾੜ ਹੋਤ ਹੈ। ਕਿਸੇ 'ਚ ਭਰਮ ਜ਼ਿਆਦਾ ਹੈ, ਕਿਸੇ 'ਚ ਗਿਆਨ ਜ਼ਿਆਦਾ ਹੈ। ਕੋਈ ਫਰਕ ਨਹੀਂ ਹੈ। ਅਗਿਆਨਤਾ ਦਾ ਹੀ ਫਰਕ ਹੈ ਥੋੜ੍ਹੀ ਜਿਹੀ। ਕਿਸੇ 'ਚ ਘੱਟ ਹੈ, ਕਿਸੇ 'ਚ ਵੱਧ ਹੈ। ਜਦੋਂ ਅਗਿਆਨਤਾ ਖਤਮ ਹੋ ਜੂਗੀ, ਹੋ ਜੂਗਾ। ਅਗਿਆਨਤਾ ਹੀ ਦੋ ਕਰਦੀ ਹੈ। ਜਿਹੜੇ ਹਿੱਸੇ ਹਨੇਰਾ ਉਹਨਾਂ ਹਿੱਸਾ ਮਨ ਹੈ। ਉਹ ਹਨੇਰੇ ਹਿੱਸੇ ਦਾ ਨਾ ਮਨ ਹੈ, ਹੋਰ ਕੁਛ ਨਹੀਂ ਹੈ। ਉੱਥੋਂ ਹੀ ਡਰ ਪੈਦਾ ਹੁੰਦਾ ਹੈ, ਭਰਮ 'ਚੋਂ ਹੀ। ਹਨੇਰੇ 'ਚੋਂ ਹੀ ਡਰ ਲੱਗਦਾ ਹੁੰਦਾ, ਔਰ ਕਿੱਥੋਂ ਚਾਨਣ 'ਚੋਂ ਕਿੱਥੇ ਡਰ ਲੱਗਦਾ। ਜਿੰਨਾ ਹਿੱਸਾ ਅੰਦਰ ਹਨੇਰਾ ਉਹ 'ਚੋਂ ਡਰ ਪੈਦਾ ਹੋਇਆ ਹੋਇਆ, ਉਹ 'ਚੋਂ ਡਰ ਲੱਗਦਾ। ਕਿਉਂ ਸਸੀ ਘਰ ਸੂਰ ਸਮਾਵੈ। ਕਿਉਂ ਮੂਲ ਪਛਾਣੈ ਆਤਮ ਜਾਣੈ। ਕਿਉਂ ਮੂਲ ਪਛਾਣੈ ਆਤਮ ਜਾਣੈ। ਕਿਉਂ ਸਸੀ ਘਰ ਸੂਰ ਸਮਾਵੈ। ਮੂਲ ਪਛਾਣੂਗਾ ਤਾਂ ਹੀ ਆਤਮ ਨੂੰ ਜਾਣੂਗਾ। ਇਹ ਹੈ ਕਈ ਕੋਟ ਆਤਮ ਧਿਆਨ ਤਾਰੈ। ਆਤਮ ਧਿਆਨੀ ਹੈ, ਆਤਮ ਗਿਆਨੀ, ਆਤਮ ਧਿਆਨੀ, ਆਤਮ ਰਸੀਆ। ਇਹ ਲੱਛਣ ਨੇ ਸਿੱਖ ਦੇ। ਸਿੱਖੀ ਇਹਦੇ ਨਾਲ ਜੋੜਦੀ ਹੈ, ਆਪਣੇ ਮੂਲ ਨਾਲ ਜੋੜਦੀ ਹੈ। ਕਿਉਂ ਸਸੀ ਘਰ ਸੂਰ ਸਮਾਵੈ। ਕਿਉਂ ਸਸੀ, ਇਸੇ ਨੂੰ ਸਸੀ ਘਰ ਸੂਰ ਸਮਾਉਣਾ ਕਹਿੰਦੇ। ਚੰਦਰਮਾ ਸੀ ਜਿੱਥੇ, ਉੱਥੇ ਬ੍ਰਹਮ ਗਿਆਨ ਪੈਦਾ ਹੋ ਗਿਆ, ਉੱਥੇ ਆਤਮ ਗਿਆਨ ਹੋ ਗਿਆ। ਇਹਨੂੰ ਆਪਣੀ ਸੋਝੀ ਆਈ ਹੈ। ਆਤਮ ਗਿਆਨ ਸੂਰਜ ਹੈ। ਜਿਹੜਾ ਇਹਦਾ ਪਹਿਲਾ ਗਿਆਨ ਸੀ ਸੰਸਾਰੀ, ਉਹ ਚੰਦ ਸੀ।
ਜਿਹੜਾ ਸਾਡੇ ਕੋਲ ਪਹਿਲਾਂ ਗਿਆਨ ਸੀ ਨਾ ਗੁਰਬਾਣੀ ਪੜ੍ਹਨ ਤੋਂ, ਉਹ ਤਾਂ ਚੰਦਰਮੇ ਜਿੰਨਾ ਸੀ। ਤੇ ਆਤਮ ਗਿਆਨੀ ਹੋ ਗਏ ਤਾਂ ਸੂਰਜ ਹੋ ਗਿਆ, ਸੂਰਜ ਜਿੰਨੀ ਲਾਈਟ ਹੋ ਗਈ। ਗੁਰਮੁਖੀ ਹਉਮੈ ਵਿੱਚੋਂ ਖੋਵੈ, ਤਾਂ ਨਾਨਕ ਸਹਿਜ ਸਮਾਵੈ। ਗੁਰਮੁਖ ਹਉਮੈ ਵਿੱਚੋਂ ਖੋਵੈ, ਜਦੋਂ ਗੁਰਮੁਖ ਆਪਣੇ ਅੰਦਰੋਂ ਹੰਕਾਰ ਨੂੰ ਖੋ ਦਿੰਦਾ ਹੈ, ਆਪਣੀ ਜਿਹੜੀ ਮਰਜ਼ੀ ਹੈ। ਦੇਖੋ ਹਉਮੈ ਅਸਲ ਦੇ ਵਿੱਚ ਜੇ ਉਹ ਹਉਮੈ ਕਰੀਏ ਤਾਂ ਸਮਝ ਨਹੀਂ ਲੱਗਦੀ। ਆਪਣੀ ਮਰਜ਼ੀ ਹਉਮੈ ਸਿੱਧੀ ਹੋ ਗੱਲ, ਕਿਉਂਕਿ ਆਪਣੀ ਮਰਜ਼ੀ ਦਾ ਆਪਾਂ ਨੂੰ ਪਤਾ ਲੱਗਦਾ ਨਾ। ਹੋ ਸਕਦਾ ਉਦੋਂ ਹਉਮੈ ਦਾ ਲੋਕਾਂ ਨੂੰ ਸਮਝ ਹੋਵੇ ਜਦੋਂ ਇਹ ਲਿਖਿਆ ਗਿਆ। ਅੱਜ ਹਉਮੈ ਦੀ ਸਮਝ ਨਹੀਂ ਹੈ ਕਿਸੇ ਨੂੰ, ਉਹ ਤਾਂ ਹਉਮੈ ਦੀ ਉਦੋਂ ਵੀ ਸਮਝ ਹੈ ਨਹੀਂ ਸੀ, ਕਿਉਂਕਿ ਹਉਮੈ ਬੂਝੇ ਤਾਂਦਰ ਸੂਝੇ ਲਿਖਿਆ ਨੇ ਉੱਥੇ ਵੀ। ਹਉਮੈ ਬੜੀ ਔਖੀ ਹੈ ਬੁੱਝਣੀ। ਜੋ ਕੁਛ ਪਾਠ ਪੜ੍ਹੇ ਔਰ ਵੇਦ ਵਿਚਾਰੇ ਉਹ ਕਰਦੇ ਸੀ ਨਾ, ਨਿਵਲ ਭੁਜੰਗ ਸਾਧੇ 5 ਜਨਾਂ ਸੇ ਸੰਗ ਨੇ ਛੁੱਟ ਕੇ ਅਦਕ ਅਹਮ ਬੁੱਧ ਬਾਦੇ ਹੰਕਾਰ ਵੱਧ ਜਾਂਦਾ ਸੀ। ਇਹਦਾ ਵਾਲਾ ਹੰਕਾਰ ਦਾ ਗਿਆਨ ਹੈ ਨਹੀਂ ਸੀ, ਵੱਧ ਗਿਆ। ਜੇ ਗਿਆਨ ਹੁੰਦਾ ਮੇਰਾ ਹੰਕਾਰ ਵੱਧ ਗਿਆ, ਕਿਉਂ ਬਦਲ ਦਿੰਦੇ? ਹਉਮੈ ਦਾ ਗਿਆਨ ਹੋਣਾ ਬਹੁਤ ਔਖਾ ਹੈ। ਲਫ਼ਜ਼ ਹਉਮੈ ਜ਼ਰੂਰ ਵਰਤਿਆ ਹੈ। ਹਉਮੈ ਨੂੰ ਕਈ ਗੁੱਸਾ ਆਉਂਦਾ, ਉਹ ਕਹਿੰਦੇ ਨੇ ਹਉਮੈ, ਕਈ ਕੁਛ ਕਹਿ ਦਿੰਦੇ ਨੇ ਹਉਮੈ। ਕਬੀਰ ਕਈ ਗੱਲਾਂ ਇਹੋ ਜਿਹੀਆਂ ਕਹਿੰਦਾ, ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ, ਉਹ ਕਹਿੰਦੇ ਨੇ ਤਾਂ ਹਉਮੈ। ਸੱਚ ਬੋਲਦਾ ਉਹ ਕਹਿੰਦੇ ਨੇ ਹਉਮੈ। ਇਹ ਨਹੀਂ ਹਉਮੈ ਆਪਣੀ ਮਰਜ਼ੀ। ਜੇ ਮੇਰੀ ਮਰਜ਼ੀ ਹੈ ਨਾ, ਐ ਹੋਣਾ ਚਾਹੀਦਾ, ਆ ਕਿਉਂ ਹੋਇਆ, ਮੈਂ ਆ ਕਰਕੇ ਛੱਡੂਗਾ। ਬਸ ਜੇ ਮਰਜ਼ੀ ਆਪਣੀ ਕੋਈ ਨਹੀਂ, ਭਾਣੇ ਜਿਹੜਾ ਚੱਲਦਾ ਉਹ ਹਉਮੈ ਹੈ ਨਹੀਂ। ਗੁਰ ਕੇ ਭਾਣੇ ਚੱਲੇ ਭਾਈ, ਜੇ ਚੱਲੇ ਭਾਈ ਵਿੱਚ ਬੋਹਿਤ ਬੈਠਾ। ਆਪਣੇ ਭਾਣੇ ਚੱਲੇ ਭਾਈ ਵਿਛੜ ਝੋਟਾ ਹੈ। ਆਪਣੀ ਜਿਹੜੀ ਮਰਜ਼ੀ ਹੈ ਇਹ ਹਉਮੈ। ਜਦ ਆਪਣੀ ਮਰਜ਼ੀ ਖਤਮ ਹੋ ਗਈ, ਹਉਮੈ ਦਾ ਤਿਆਗ ਹੋ, ਮੇਰੀ ਕੋਈ ਮਰਜ਼ੀ ਹੋਈ ਨਹੀਂ। ਜੋ ਤੂੰ ਕਰਨਾ, ਜੋ ਕੁਛ ਕਰੇ ਸੋ ਭਲਾ ਕਰ ਮਾਨੀਏ। ਹਿਕਮਤ ਜਿਹੜੀ ਆਪਣੀ ਮਰਜ਼ੀ ਹੈ, ਹੁਕਮ ਆਪਣਾ ਹੁਕਮ ਚੁਕਾਈਏ, ਇਹ ਵੀ ਚੁੱਕਣ ਦੀ ਹਿਕਮਤ। ਹੁਕਮ ਨੂੰ ਆਪਣੇ ਨੂੰ ਮਰਜ਼ੀ ਨੂੰ ਵਿੱਚੋਂ ਖੋ ਦੀਏ, ਜਦੋਂ ਨਸ਼ਟ ਕਰ ਦੀਏ ਤਾਂ ਹਉਮੈ ਸਮਝੋ ਹੈ ਨਹੀਂ। ਵਰਨਾ ਹਉਮੈ ਦਾ ਬੜਾ ਮੁਸ਼ਕਲ ਹੈ। ਹਉਮੈ ਦੀ ਵਿਆਖਿਆ ਕਰਨੀ ਵੀ ਮੁਸ਼ਕਲ ਹੈ, ਭਰਮ ਦੀ ਵਿਆਖਿਆ ਕਰਨੀ ਵੀ ਮੁਸ਼ਕਲ ਹੈ। ਗੁਰਮੁਖੀ ਹਉਮੈ ਵਿੱਚੋਂ ਖੋਵੈ, ਗੁਰਮੁਖ ਜਿਹੜਾ ਭਾਣੇ ਚੱਲਦਾ, ਇਸ ਕਰਕੇ ਹਉਮੈ ਉਹਦੀ ਖੋਈ ਜਾਂਦੀ ਹੈ। ਵਿੱਚੋਂ ਖੋਵੈ ਤਾਂ ਨਾਨਕ ਸਹਿਜ ਸਮਾਵੈ। ਫਿਰ ਉਹ ਟਿਕ ਜਾਂਦਾ, ਤਾਂ ਮਨ ਟਿਕਦਾ। ਜਿੰਨਾ ਚਿਰ ਆਪਣੀ ਮਰਜ਼ੀ ਹੈ ਉਹਨਾਂ ਚਿਰ ਮਨ ਟਿਕਦਾ ਨਹੀਂ। ਜੇ ਉਹਦੀ ਮਰਜ਼ੀ ਦਾ ਕੰਮ ਨਹੀਂ ਹੁੰਦਾ, ਬੜਾ ਵਿਆਕੁਲ ਹੁੰਦਾ। ਆਪਣੀ ਮਰਜ਼ੀ ਮੁਤਾਬਕ ਜੇ ਕੋਈ ਕੰਮ ਨਹੀਂ ਹੁੰਦਾ ਤਾਂ ਵਿਆਕੁਲਤਾ ਤਾਂ ਹੋਣੀ ਹੈ ਉਹਦੇ ਨਾਲ। ਆਪਣੀ ਮਰਜ਼ੀ ਪੂਰੀ ਕਰਨ ਵਾਸਤੇ ਵੀ ਨੱਠ ਭੱਜ ਕਰਨੀ ਪੈਣੀ ਹੈ। ਐ ਨਾ ਹੋ ਜਾਵੇ, ਐ ਨਾ ਹੋ ਜਾਵੇ। ਜਦ ਆਪਣੀ ਮਰਜ਼ੀ ਉਹ ਕੋਈ ਨਹੀਂ ਜਿਵੇਂ ਹੁੰਦਾ, ਠੀਕ ਹੈ, ਫਿਰ ਟਿਕਦਾ ਮਨ, ਉੱਥੇ ਆ ਕੇ ਟਿਕਦਾ। ਤਾਂ ਨਾਨਕ ਸਹਿਜ ਸਮਾਵੈ। ਫਿਰ ਕਹਿੰਦੇ ਸਹਿਜ ਅਵਸਥਾ ਵਿੱਚ, ਜਾਗਰਤ ਅਵਸਥਾ ਵਿੱਚ, ਗਿਆਨ ਅਵਸਥਾ 'ਚ ਸਮਾ ਜਾਂਦਾ। ਫਿਰ ਉਹ ਗਿਆਨੀ ਸਮਝਿਆ ਜਾਂਦਾ ਹੈ, ਗਿਆਨਵਾਨ ਹੈ। ਉਹਨੂੰ ਪਤਾ ਹੈ ਵੀ ਪਰਮੇਸ਼ਰ ਦੇ ਕਰੇ ਤੇ ਸਭ ਕੁਝ ਹੋਣਾ ਹੈ, ਮੈਨੂੰ ਵਿੱਚ ਬਹੁਤਾ ਦਖਲ ਦੇਣ ਦੀ ਲੋੜ ਨਹੀਂ। ਮੇਰਾ ਦਖਲ ਹੀ ਮੇਰੀ ਪਰੇਸ਼ਾਨੀ ਦਾ ਕਾਰਨ ਹੈ।